ਤੁਹਾਡੀ ਕੰਪਨੀ ਦੇ ਵਿੱਚ ਇਹੋ ਜਿਹਾ ਕੀ ਖਾਸ ਹੈ ਵੀ ਤੁਸੀਂ ਝੱਟ ਦੇ ਨਹੀਂ ਵੀਜ਼ਾ ਲਵਾ ਦਿੰਦੇ ਹੋ? ਸਾਡਾ ਜਿਹੜਾ ਸਕਸੈਸ ਰੇਟ ਹੈ ਉਹ ਮੋਰ ਦੈਨ 90% ਹੈ। 30 ਸਾਲ ਦਾ ਸਾਡੇ ਕੋਲ ਇੱਕ ਐਕਸਪੀਰੀਅੰਸ ਹੈਗਾ ਜਿਹਦੇ ਵਿੱਚ ਕਿ ਸਾਡੀ ਐਕਸਪਰਟੀਜ਼ ਹੈਗੀ ਹੈ ਬਿਜ਼ਨਸ ਕੇਸਿਸ ਦੇ ਵਿੱਚ। ਬਿਜ਼ਨਸ ਵੀਜ਼ੇ ਦਾ ਮਤਲਬ ਇਹ ਹੈ ਕਿ ਕੈਨੇਡੀਅਨ ਗਵਰਨਮੈਂਟ ਜਾਂ ਆਸਟ੍ਰੇਲੀਅਨ ਗਵਰਨਮੈਂਟ ਇਹ ਕਹਿੰਦੀ ਹੈ ਕਿ ਤੁਸੀਂ ਸਾਡੇ ਉੱਥੇ ਆ ਕੇ ਬਿਜ਼ਨਸ ਕਰੋ ਤੇ ਸਾਡੇ ਲੋਕਾਂ ਨੂੰ ਉੱਥੇ ਨੌਕਰੀ ਦਿਓ। 30,000 ਤੋਂ ਜ਼ਿਆਦਾ ਬਿਜ਼ਨਸਮੈਨ ਦੇ ਆਲਰੇਡੀ ਵੀਜ਼ੇ ਲਗਵਾ ਚੁੱਕੇ। 30,000 ਤੋਂ ਜ਼ਿਆਦਾ। ਤੁਸੀਂ ਲਾ ਕੇ ਚੱਲੋ ਕਿ ਅਗਰ ਵਰਲਡ ਦੇ ਵਿੱਚ ਕੋਈ ਵੀ ਜਗ੍ਹਾ ਹੈ ਜਿੱਥੇ ਕਲਾਇੰਟ ਨੇ ਬਿਜ਼ਨਸ ਵੀਜ਼ਾ ਅਪਲਾਈ ਕਰਨਾ ਹੈ, ਉਹ ਸਾਰੀ ਕੈਟਾਗਰੀਜ਼ ਨਾਲ ਅਸੀਂ ਡੀਲ ਕਰਦੇ ਹਾਂ। ਮੰਨ ਲਓ ਕੋਈ ਕਹਿੰਦਾ ਕਿ ਨਹੀਂ ਵੀ ਮੇਰਾ ਦਿਲ ਨਹੀਂ ਲੱਗ ਰਿਹਾ ਇੱਥੇ ਤੇ ਮੈਨੂੰ ਇਮੀਡੀਏਟਲੀ ਟ੍ਰਾਂਸਫਰ ਹੋਣਾ, ਤਾਂ ਉਹ 4 ਤੋਂ 5 ਮਹੀਨੇ ਮੈਕਸਿਮਮ ਲੱਗਦੇ ਆ। ਅਗਰ ਤੁਸੀਂ ਯੂਕੇ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਇਮੀਗ੍ਰੇਟ ਹੋਣਾ ਚਾਹੁੰਦੇ ਹੋ, ਤੁਸੀਂ ਐਜ਼ ਅ ਬਿਜ਼ਨਸਮੈਨ ਹੋ ਔਰ ਤੁਸੀਂ ਆਪਣਾ ਬਿਜ਼ਨਸ ਉੱਥੇ ਕਰਨਾ ਚਾਹੁੰਦੇ ਹੋ, ਤਾਂ ਇਹ ਸਭ ਤੋਂ ਇੱਕ ਸੌਖਾ ਵੀਜ਼ਾ ਹੈਗਾ ਅਵੇਲੇਬਲ, ਜਿਹੜਾ ਕਿ 3 ਤੋਂ 4 ਮਹੀਨੇ ਦੇ ਵਿੱਚ ਹੀ ਤੁਹਾਡੀ ਪੂਰੀ ਦੀ ਪੂਰੀ ਫੈਮਿਲੀ ਨੂੰ ਉੱਥੇ ਇਮੀਗ੍ਰੇਟ ਕਰਾ ਸਕਦਾ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਆਨੰਦਪ੍ਰੀਤ ਸਿੰਘ। ਤਾਂ ਅਕਸਰ ਹੀ ਬਹੁਤ ਸਾਰੇ ਜਿਹੜੇ ਤੁਹਾਡੇ ਸੁਨੇਹੇ ਨੇ ਉਹ ਸਾਨੂੰ ਮਿਲਦੇ ਨੇ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਮੁਤਲਕ, ਤੇ ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਸੁਨੇਹੇ ਆਏ ਸੀ ਬਿਜ਼ਨਸ ਦੇ ਨਾਲ ਰਿਲੇਟਡ, ਕਿਉਂਕਿ ਬਹੁਤ ਸਾਰੇ ਲੋਕ ਐਜ਼ ਬਿਜ਼ਨਸਮੈਨ ਵੀ ਉੱਥੇ ਜਾਣਾ ਚਾਹੁੰਦੇ ਨੇ, ਚਾਹੇ ਉਹ ਕੈਨੇਡਾ ਹੋਵੇ, ਯੂਕੇ ਹੋਵੇ, USA ਹੋਵੇ ਜਾਂ ਹੋਰ ਬਹੁਤ ਸਾਰੀਆਂ ਕੰਟਰੀਆਂ ਨੇ। ਤਾਂ ਉੱਥੇ ਇਸ ਵੇਲੇ ਕੀ ਚੱਲ ਰਿਹਾ ਹੈਗਾ ਬਿਜ਼ਨਸ ਵੀਜ਼ੇ ਨੂੰ ਲੈ ਕੇ, ਉੱਥੇ ਅੱਜ ਕੱਲ੍ਹ ਨਵੀਂ ਕੀ ਟਰਮ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋ ਸਕਦਾ, ਇਸ ਨਜ਼ਰੀਏ ਤੋਂ ਅੱਜ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਨੇ ਜੀ WWICS ਦੇ ਵਾਈਸ ਪ੍ਰੈਜ਼ੀਡੈਂਟ ਮਿਸਟਰ ਅਮਿਤ ਖੰਨਾ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਸਰ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਪ੍ਰਾਈਮ ਏਸ਼ੀਆ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਾ ਸਤਿ ਸ਼੍ਰੀ ਅਕਾਲ। ਸਰ, ਸਮਝਣਾ ਚਾਹੁੰਦੇ ਹਾਂ ਇਹ ਬਿਜ਼ਨਸ ਵੀਜ਼ਾ, ਇਹ ਜਿੱਦਾਂ ਗੈਰ ਰਸਮੀ ਗੱਲਬਾਤ ਦੇ ਵਿੱਚ ਤੁਸੀਂ ਦੱਸਿਆ ਕਿ ਬਹੁਤ ਸਾਰੇ ਵੱਡੇ ਵੱਡੇ ਸਿੰਗਰਾਂ ਦੇ, ਬਹੁਤ ਵੱਡੇ ਵੱਡੇ ਕਲਾਕਾਰਾਂ ਦੇ ਤੁਸੀਂ ਵੀਜ਼ੇ ਲਵਾਏ ਆ, ਬਹੁਤ ਸਾਰੇ ਵੱਡੇ ਬਿਜ਼ਨਸਮੈਨਾਂ ਦੇ। ਤਾਂ ਇਸ ਨਜ਼ਰੀਏ ਤੋਂ ਦੱਸਿਓ ਕਿ ਤੁਹਾਡੀ ਕੰਪਨੀ ਦੇ ਵਿੱਚ ਇਹੋ ਜਿਹਾ ਕੀ ਖਾਸ ਹੈ ਵੀ ਤੁਸੀਂ ਝੱਟ ਦੇ ਨਹੀਂ ਵੀਜ਼ਾ ਲਵਾ ਦਿੰਦੇ ਹੋ? ਦੇਖੋ, ਇੱਕ ਤਾਂ ਤੁਸੀਂ ਦੇਖੋ ਸਾਡੀ ਕੰਪਨੀ ਜਿਹੜਾ ਹੈ 30 ਸਾਲ ਪੁਰਾਣੀ ਕੰਪਨੀ ਹੈ ਜੀ, ਔਰ 30 ਸਾਲ ਦਾ ਸਾਡੇ ਕੋਲ ਇੱਕ ਐਕਸਪੀਰੀਅੰਸ ਹੈਗਾ ਜਿਹਦੇ ਵਿੱਚ ਕਿ ਸਾਡੀ ਐਕਸਪਰਟੀਜ਼ ਹੈਗੀ ਹੈ ਬਿਜ਼ਨਸ ਕੇਸਿਸ ਦੇ ਵਿੱਚ। ਤੁਸੀਂ ਕੋਈ ਵੀ ਕੰਟਰੀ ਦਾ ਵੀਜ਼ਾ ਲਓ, ਸਾਡੇ ਕੋਲ ਐਕਸਪਰਟਸ ਬੈਠੇ ਨੇ ਔਰ ਅਸੀਂ ਤੁਹਾਡੀ ਅਸੈਸਮੈਂਟ ਕਰਦੇ ਹਾਂ, ਅਸੀਂ ਤੁਹਾਡਾ ਪੂਰਾ ਪ੍ਰੋਫਾਈਲ ਚੈੱਕ ਕਰਦੇ ਹਾਂ ਅਤੇ ਅਸੀਂ ਤੁਹਾਨੂੰ ਇੱਕ ਤਰ੍ਹਾਂ ਦੀ ਗਾਰੰਟੀ ਦਿੰਦੇ ਹਾਂ ਕਿ ਤੁਹਾਡਾ ਵੀਜ਼ਾ ਲੱਗੂਗਾ ਕਿ ਨਹੀਂ ਲੱਗੂਗਾ ਪ੍ਰੋਬਬਲੀ। ਸੋ ਇਹ ਸਾਡੀ ਐਕਸਪਰਟੀਜ਼ ਹੈ ਕਿ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਨੀਸ਼ੀਅਲੀ ਕਿ ਤੁਹਾਡਾ ਜਿਹੜਾ ਵੀਜ਼ਾ ਲੱਗੇਗਾ ਕਿ ਨਹੀਂ ਲੱਗੇਗਾ। ਹਾਂ, ਉਹ ਬਿਜ਼ਨਸ ਵੀਜ਼ਾ ਜਿਹੜੇ ਥੋੜ੍ਹੇ ਕੰਪਲੈਕਸ ਹੁੰਦੇ ਹੈ, ਉਹਦੇ ਵਾਸਤੇ ਸਾਨੂੰ ਐਕਸਪਰਟ ਦੀ ਰਾਏ ਲੈਣੀ ਪੈਂਦੀ ਹੈ। ਉਹਦੇ ਵਾਸਤੇ ਸਾਡੇ ਕੋਲ ਜਿਹੜੇ ਐਕਸਪਰਟਸ ਹੈ ਉਹ ਤੁਹਾਡੀ ਹੈਲਪ ਕਰਦੇ ਆ, ਬਿਜ਼ਨਸਮੈਨ ਦੀ ਹੈਲਪ ਕਰਦੇ ਆ ਕਿ ਉਹ ਕਿਵੇਂ ਜਾ ਸਕਦੇ ਆ ਔਰ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਆ। ਸਰ, ਅੱਜ ਕੱਲ੍ਹ ਕਿਹੜੇ ਤਰ੍ਹਾਂ ਦੇ ਵੀਜ਼ੇ ਜਿਹੜੇ ਉਹ ਚੱਲ ਰਹੇ ਨੇ ਮੁੱਖ ਬਿਜ਼ਨਸ ਵੀਜ਼ੇ ਦੇ ਵਿੱਚ, ਕਿਹੜੇ ਕਿਹੜੇ ਤਰੀਕੇ ਦੇ ਨਾਲ ਅਸੀਂ ਜਾ ਸਕਦੇ ਹਾਂ? ਦੇਖੀਏ, ਬੇਸਿਕਲੀ ਅਗਰ ਅਸੀਂ ਗੱਲ ਕਰੀਏ, ਸਾਡੀ ਜਿਹੜੀ ਕੰਪਨੀ ਹੈ WWICS, ਉਹ ਮੇਨ 4 ਕੰਟਰੀਜ਼ ਦੇ ਵਿੱਚ ਉਹ ਡੀਲ ਕਰਦੇ ਨੇ ਔਰ ਇਹ 4 ਕੰਟਰੀਆਂ ਦੇ ਵਿੱਚ ਸਾਡੀ ਐਕਸਪਰਟੀਜ਼, ਜਿਵੇਂ US ਹੈ, US ਦਾ ਸਾਡੇ ਕੋਲ EB-5 ਵੀਜ਼ਾ ਹੈ। ਕੈਨੇਡਾ ਦੇ ਵਿੱਚ ਸਾਡੇ ਕੋਲ ਮਲਟੀਪਲ ਵੀਜ਼ਾਜ਼ ਹੈ। ਕੈਨੇਡਾ ਦੇ ਵਿੱਚ 10 ਤੋਂ 12 ਤਰ੍ਹਾਂ ਦੇ ਪ੍ਰੋਗਰਾਮਸ ਹੈਗੇ ਆ ਜਿਹਦੇ ਵਿੱਚ ਇੱਕ ਬਿਜ਼ਨਸਮੈਨ ਅਪਲਾਈ ਕਰ ਸਕਦਾ ਹੈ। ਉਸ ਤੋਂ ਇਲਾਵਾ ਆਸਟ੍ਰੇਲੀਆ ਔਰ UK ਦੇ ਵਿੱਚ ਵੀ ਬਹੁਤ ਅੱਛੇ ਪ੍ਰੋਗਰਾਮਸ ਹੈਗੇ ਜਿਹਦੇ ਥਰੂ ਬਿਜ਼ਨਸ ਜਿਹੜੇ ਅਪਲਾਈ ਕਰ ਸਕਦੇ ਆ। ਅੱਛਾ ਸਰ, ਜੇ ਇਸ ਨੂੰ ਮੰਨੀਏ ਕਿ ਇਹ ਮੰਨ ਲਓ ਕੋਈ ਜਾਣਾ ਚਾਹੁੰਦਾ ਹੈਗਾ ਤਾਂ ਉਹਦੇ ਲਈ ਰਿਕੁਆਇਰਮੈਂਟ ਕੀ ਨੇ? ਕਿਉਂਕਿ ਕੁਛ ਨਾ ਕੁਛ ਤਾਂ ਉਹਨਾਂ ਨੇ ਰੱਖਿਆ ਹੋਏਗਾ ਨਾ ਵੀ ਇਹ ਬੇਸਿਕਲੀ ਬਿਜ਼ਨਸ ਵਾਸਤੇ ਰਿਕੁਆਇਰਮੈਂਟ ਸਾਡੀ ਇਹੀ ਹੈ ਕਿ ਜਿਹੜਾ ਬਿਜ਼ਨਸਮੈਨ ਹੈ ਉਹ ਘੱਟੋ ਘੱਟ 3 ਸਾਲ ਦਾ ਉਹਦੇ ਕੋਲ ਬਿਜ਼ਨਸ ਚਲਾਉਣ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜੀ। ਉਸ ਤੋਂ ਇਲਾਵਾ ਉਹਦੇ ਕੋਲ 3 ਤੋਂ 4 ਕਰੋੜ ਦੀ ਨੈਟਵਰਥ ਹੋਵੇ ਅਤੇ ਉਹ ਕੁਛ ਪੈਸਾ ਉੱਥੇ ਇਨਵੈਸਟ ਕਰਦਾ ਹੋਵੇ। ਮਤਲਬ ਇਹ ਨਹੀਂ ਹੈ ਕਿ ਬਿਜ਼ਨਸ ਵੀਜ਼ੇ ਦਾ ਮਤਲਬ ਇਹ ਹੈ ਕਿ ਕੈਨੇਡੀਅਨ ਗਵਰਨਮੈਂਟ ਜਾਂ ਆਸਟ੍ਰੇਲੀਅਨ ਗਵਰਨਮੈਂਟ ਇਹ ਕਹਿੰਦੀ ਹੈ ਕਿ ਤੁਸੀਂ ਸਾਡੇ ਉੱਥੇ ਆ ਕੇ ਬਿਜ਼ਨਸ ਕਰੋ ਅਤੇ ਸਾਡੇ ਲੋਕਾਂ ਨੂੰ ਉੱਥੇ ਨੌਕਰੀ ਦਿਓ, ਤਾਂ ਉਸ ਬਾਬਤ ਉਹਨਾਂ ਨੂੰ ਉੱਥੇ ਕੁਛ ਇਨਵੈਸਟਮੈਂਟ ਕਰਨੀ ਪੈਂਦੀ ਹੈ। ਪਰ ਇਹ ਜਿਹੜੀ ਇਨਵੈਸਟਮੈਂਟ ਹੈ ਇਹ ਵੀਜ਼ਾ ਲੱਗਣ ਤੋਂ ਬਾਅਦ ਕਰਨੀ ਹੈ ਤੁਸੀਂ, ਕਿਉਂਕਿ ਅਗਰ ਤੁਸੀਂ ਦੇਖੋ 50 ਸਾਲ ਦੇ ਵੀ ਹੋ, 60 ਸਾਲ ਦੇ ਵੀ ਹੋ, ਤਾਂ ਵੀ ਤੁਸੀਂ ਇਸ ਵੀਜ਼ਾ ਵਾਸਤੇ ਅਪਲਾਈ ਕਰਦੇ ਹੋ, ਪ੍ਰੋਵਾਈਡਡ ਤੁਸੀਂ ਗਵਰਨਮੈਂਟ ਨੂੰ ਇੱਕ ਕਮਿਟਮੈਂਟ ਕਰਦੇ ਹੋ ਕਿ ਤੁਸੀਂ ਉੱਥੇ ਜਾ ਕੇ ਇਨਵੈਸਟਮੈਂਟ ਕਰੋਗੇ। ਅੱਛਾ, ਇਹ ਜਿਹੜੀਆਂ ਸ਼ਰਤਾਂ ਨੇ ਉਹ ਪੂਰੀਆਂ ਕਰਨੀਆਂ ਪੈਣਗੀਆਂ। ਅਤੇ ਬਹੁਤ ਸਾਰੇ ਜਦੋਂ ਗੱਲਬਾਤ ਸੁਣ ਰਹੇ ਹੋਣਗੇ ਸਾਡੇ ਦਰਸ਼ਕ, ਉਹਨਾਂ ਦੇ ਜ਼ਿਹਨ 'ਚ ਵੀ ਆ ਰਿਹਾ ਹੋਊਗਾ ਕਿ ਇਸ ਤਰੀਕੇ ਨਾਲ ਕਿਵੇਂ ਲਗਵਾ ਲਈਏ, ਹੈ ਨਾ? ਤੁਸੀਂ ਥੋੜ੍ਹਾ ਬਹੁਤ ਉਹਨਾਂ ਨੂੰ ਦੱਸਣਾ ਚਾਹੋਗੇ ਕਿ ਇਹ ਵੀਜ਼ੇ ਅਸੀਂ ਪਹਿਲਾਂ ਲਵਾ ਚੁੱਕੇ ਹਾਂ ਕੋਈ ਵੱਡੇ ਬੰਦਿਆਂ ਦੇ?
ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਸਾਡੀ ਕੰਪਨੀ 30 ਸਾਲ ਪੁਰਾਣੀ ਹੈ, ਅਸੀਂ 30,000 ਤੋਂ ਜ਼ਿਆਦਾ ਬਿਜ਼ਨਸਮੈਨ ਦੇ ਆਲਰੇਡੀ ਵੀਜ਼ੇ ਲਗਵਾ ਚੁੱਕੇ ਹਾਂ। 30,000 ਤੋਂ ਜ਼ਿਆਦਾ। ਔਰ ਤੁਸੀਂ ਸਾਡੇ ਕੋਲ ਰੈਫਰੈਂਸਿਸ ਦੀ ਕੋਈ ਘਾਟ ਨਹੀਂ ਹੈ। ਤੁਸੀਂ ਅਗਰ ਕਿਸੇ ਕਲਾਇੰਟ ਨੇ ਸਾਡੇ ਕਿਸੇ ਰੈਫਰੈਂਸ ਨਾਲ ਗੱਲ ਕਰਨੀ ਹੈ ਤਾਂ ਅਸੀਂ ਬੇਸ਼ੱਕ ਉਹਨਾਂ ਨਾਲ ਗੱਲ ਕਰਾ ਸਕਦੇ ਹਾਂ। ਉਸ ਤੋਂ ਇਲਾਵਾ ਜਿਹੜੀ ਸਾਡੀ ਐਕਸਪਰਟੀਜ਼ ਹੈ, ਮਤਲਬ ਜਿਹਦੇ ਵਿੱਚ ਅਸੀਂ ਮਾਹਿਰ ਹੈ, ਉਹ ਕੈਨੇਡਾ ਦੇ ਵੀਜ਼ਾ ਦੇ ਵਿੱਚ ਹੈ। ਕੋਈ ਕਿਸੇ ਨੇ ਉੱਥੇ ਆਪਣਾ ਬਿਜ਼ਨਸ ਨੂੰ ਐਕਸਪੈਂਡ ਕਰਨਾ ਹੈ, ਮੰਨ ਲਓ ਤੁਸੀਂ ਕਿਸੇ ਆਪਣੀ ਕੰਪਨੀ ਦੀ ਉੱਥੇ ਬ੍ਰਾਂਚ ਖੋਲ੍ਹਣੀ ਹੈ ਜਾਂ ਤੁਸੀਂ ਉੱਥੇ ਨਵਾਂ ਬਿਜ਼ਨਸ ਕਰਨਾ ਹੈ, ਉਸ ਹਿਸਾਬ ਦੇ ਨਾਲ ਫਿਰ ਸਾਡੇ ਐਕਸਪਰਟ ਤੁਹਾਡੇ ਨਾਲ ਗੱਲ ਕਰਦੇ ਆ, ਤੁਹਾਨੂੰ ਦੱਸਦੇ ਆ ਵੀ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ। ਇਹਦਾ ਪ੍ਰੋਸੈਸ ਕੀ ਹੈ ਸਰ? ਸਾਰਾ ਪ੍ਰੋਸੈਸ ਦੇਖੋ, ਇਹਦਾ ਇਹ ਹੈ ਕਿ ਹਰ ਇੱਕ ਕੈਟਾਗਰੀ ਦਾ ਅਲੱਗ-ਅਲੱਗ ਪ੍ਰੋਸੈਸ ਹੈ। ਕੋਈ ਬਿਜ਼ਨਸਮੈਨ ਸਾਨੂੰ ਕਹਿੰਦਾ ਕਿ ਅਸੀਂ ਜਲਦੀ ਜਾਣਾ ਚਾਹੁੰਦੇ ਹਾਂ, ਕੋਈ ਬਿਜ਼ਨਸਮੈਨ ਕਹਿੰਦਾ ਕਿ ਮੈਨੂੰ ਕੋਈ ਛੇਤੀ ਨਹੀਂ ਹੈ। ਤਾਂ ਹਰ ਤਰ੍ਹਾਂ ਦੇ ਪ੍ਰੋਗਰਾਮਸ ਹੈ। ਮੰਨ ਲਓ ਤੁਸੀਂ 4-5 ਮਹੀਨੇ ਦੇ ਵਿੱਚ ਵੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੋਲ ਉਹ ਵੀ ਪ੍ਰੋਗਰਾਮ ਹੈ ਜਿਹਦੇ ਵਿੱਚ ਤੁਸੀਂ 4 ਤੋਂ 5 ਮਹੀਨੇ ਦੇ ਵਿੱਚ ਵੀ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ ਜਾਂ ਕੈਨੇਡਾ ਦੇ ਵਿੱਚ ਇਮੀਗ੍ਰੇਟ ਹੋ ਸਕਦੇ ਹੋ। ਅੱਛਾ, ਵੀਜ਼ਾ ਆ ਸਕਦਾ 4-5 ਮਹੀਨੇ 'ਚ? ਜੀ ਹਾਂ, ਬਿਲਕੁਲ। ਉਹਦੇ ਵਿੱਚ ਇਹ ਹੁੰਦਾ ਕਿ ਸਾਨੂੰ ਕਲਾਇੰਟ ਦੀ ਅਸੈਸਮੈਂਟ ਕਰਨੀ ਪੈਂਦੀ ਹੈ, ਸਾਨੂੰ ਦੇਖਣਾ ਪੈਂਦਾ ਵੀ ਉਹਦਾ ਬਿਜ਼ਨਸ ਕਿਸ ਤਰ੍ਹਾਂ ਦਾ ਹੈ, ਉਹਦੀ ਟਰਨਓਵਰ ਕਿੰਨੀ ਹੈ ਬਿਜ਼ਨਸ ਦੀ, ਉਹਦੀ ਕਿੰਨੀ ਇੰਪਲੋਇਮੈਂਟ ਉਹਨੇ ਜਨਰੇਟ ਕੀਤੀ ਹੋਈ ਹੈ। ਇਹ ਸਾਰੀਆਂ ਚੀਜ਼ਾਂ ਅਸੀਂ ਦੇਖ ਕੇ ਹੀ ਕਲਾਇੰਟ ਨੂੰ ਦੱਸਦੇ ਹਾਂ ਕਿ ਉਹਦਾ ਵੀਜ਼ਾ ਕਿੰਨੀ ਦੇਰ ਦੇ ਵਿੱਚ ਅਸੀਂ ਲਗਾ ਸਕਦੇ ਹਾਂ। ਤਾਂ ਜਿਹੜਾ ਉਹ ਪ੍ਰੋਸੈਸ ਹੈਗਾ ਪੂਰਾ, ਅਤੇ ਉਸ ਦੇ ਵਿੱਚ ਤੁਸੀਂ ਕਿਸ ਤਰੀਕੇ ਦੀ ਹੈਲਪ ਜਿਹੜੀ ਉਹ ਕਰਦੇ ਹੋ, ਉਹਦੇ ਬਾਰੇ ਥੋੜ੍ਹਾ ਦੱਸਿਓ। ਦੇਖੋ, ਸਾਡੀ ਜਿਹੜੀ ਹੈਲਪ ਹੁੰਦੀ ਹੈ ਕਲਾਇੰਟ ਨੂੰ, ਉਹ ਬੇਸਿਕਲੀ ਸਾਰੀ ਡਾਕੂਮੈਂਟੇਸ਼ਨ ਦੀ ਹੁੰਦੀ ਹੈ। ਉਹਨੂੰ ਦੱਸਣਾ ਹੁੰਦਾ ਵੀ ਕੀ ਰੂਲਸ ਹੈ, ਕੀ ਰੈਗੂਲੇਸ਼ਨ ਹੈ, ਕੀ ਸਾਨੂੰ ਡਾਕੂਮੈਂਟ ਚਾਹੀਦੇ ਹੈ, ਕਿਹੜਾ ਤੁਹਾਡਾ ਬਿਜ਼ਨਸ ਪਲਾਨ ਬਣਾਊਗਾ, ਕੌਣ ਅਟਰਨੀ ਤੁਹਾਡਾ ਕੇਸ ਰਿਪਰੈਜ਼ੈਂਟ ਕਰੂਗਾ। ਇਹ ਸਾਰੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਹੈ। ਮੈਂ ਜਿਵੇਂ ਤੁਹਾਨੂੰ ਪਹਿਲੇ ਦੱਸਿਆ ਕਿ ਬਿਜ਼ਨਸ ਜਿਹੜੇ ਪ੍ਰੋਗਰਾਮਸ ਹੈ ਉਹ ਬਹੁਤ ਈਜ਼ੀ ਪ੍ਰੋਗਰਾਮਸ ਨਹੀਂ, ਉਹ ਕੰਪਲੈਕਸ ਪ੍ਰੋਗਰਾਮ ਹੁੰਦੇ ਆ। ਉਹਦੇ ਵਾਸਤੇ ਸਾਨੂੰ ਐਕਸਪਰਟਸ ਦੀ ਲੋੜ ਪੈਂਦੀ ਹੈ। ਤਾਂ ਅਸੀਂ ਆਪਣੇ ਕਲਾਇੰਟ ਨੂੰ, ਆਪਣੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਇਹੀ ਰਾਏ ਦੇਣਾ ਚਾਹੁੰਦੇ ਕਿ ਅਗਰ ਤੁਸੀਂ ਬਿਜ਼ਨਸ ਵੀਜ਼ਾ ਵਾਸਤੇ ਸੋਚਦੇ ਹੋ ਤਾਂ ਤੁਸੀਂ ਕਿਸੇ ਐਕਸਪਰਟ ਦੇ ਨਾਲ ਹੀ ਜਾ ਕੇ ਡੀਲ ਕਰੋ, ਕਿਉਂਕਿ ਜੋ ਛੋਟੇ ਏਜੰਟਸ ਹੈ ਉਹ ਤੁਹਾਡੀ ਹੈਲਪ ਨਹੀਂ ਕਰ ਪਾਉਣਗੇ ਬਿਜ਼ਨਸ ਦੇ ਕੇਸਿਸ ਦੇ ਵਿੱਚ। ਅੱਛਾ ਸਰ, ਇਹਦੀ ਸਕਸੈਸ ਰੇਟ ਕੀ ਹੈ? ਕਿਉਂਕਿ ਜ਼ਹਿਨ 'ਚ ਤਾਂ ਇਹ ਵੀ ਆਉਂਦਾ ਨਾ ਕਿ ਇਹ ਲੱਗ ਵੀ ਜਾਣਗੇ, ਨਹੀਂ ਲੱਗਣਗੇ, ਕੋਈ ਗਵਰਨਮੈਂਟ ਨੂੰ ਅਪਰੂਵ ਕਰੂਗੀ ਨਾ ਕਰੂਗੀ, ਹਰ ਤਰ੍ਹਾਂ ਦੇ ਸਵਾਲ ਹਰ ਇੱਕ ਬੰਦੇ ਦੇ ਜਿਹੜੇ ਜ਼ਹਿਨ 'ਚ ਆਉਂਦੇ ਨੇ। ਦੇਖੋ, ਸਕਸੈਸ ਰੇਟ ਦਾ ਜਿੱਥੇ ਸਵਾਲ ਆਉਂਦਾ ਹੈ, ਸਾਡਾ ਜਿਹੜਾ ਸਕਸੈਸ ਰੇਟ ਹੈ ਉਹ ਮੋਰ ਦੈਨ 90% ਹੈ। ਅਗਰ ਅਸੀਂ ਕੋਈ ਕੇਸ ਲੈਂਦੇ ਆ ਤਾਂ ਸਾਨੂੰ ਉਸ 'ਤੇ ਇੱਕ ਗਰੰਟੀ ਹੁੰਦੀ ਹੈ ਕਿ ਅਸੀਂ 90% ਉਹਦਾ ਕੇਸ ਜਿਹੜਾ ਹੈ ਅੱਗੇ ਥਰੂ ਕਰਵਾ ਦੇਵਾਂਗੇ। 10% ਚਾਂਸਿਸ ਹੁੰਦੇ ਹੈ, ਮੰਨ ਲਓ ਕੋਈ ਕਲਾਇੰਟ ਪੁਲਿਸ ਕਲੀਅਰੈਂਸ ਨਹੀਂ ਲੈ ਪਾਇਆ ਜਾਂ ਕੋਈ ਕਲਾਇੰਟ ਨੂੰ ਕੋਈ ਮੈਡੀਕਲ ਪ੍ਰੋਬਲਮ ਆ ਗਈ, ਉਸ ਕੇਸ ਦੇ ਵਿੱਚ ਫਿਰ ਗਵਰਨਮੈਂਟ ਜਿਹੜੀ ਹੈ ਵੀਜ਼ਾ ਕਈ ਵਾਰ ਨਹੀਂ ਇਸ਼ੂ ਕਰਦੀ। ਕੋਈ ਡਿਲੇ ਵੀ ਆ ਜਾਂਦਾ ਹੈ ਇਹਦੇ ਵਿੱਚ ਸਰ, ਪ੍ਰੋਸੈਸ ਦੇ ਵਿੱਚ? ਦੇਖੋ, ਇਹ ਗਵਰਨਮੈਂਟ ਦੇ ਰੂਲਸ ਹੈ। ਅਗਰ ਗਵਰਨਮੈਂਟ ਦੇ ਕੋਈ ਰੂਲ ਚੇਂਜ ਹੋ ਗਏ ਜਾਂ ਗਵਰਨਮੈਂਟ ਦੀ ਕੋਈ ਪਾਲਿਸੀ ਚੇਂਜ ਹੋ ਗਈ ਤਾਂ ਪ੍ਰੋਸੈਸਿੰਗ ਟਾਈਮਸ ਵੀ ਚੇਂਜ ਹੋ ਜਾਂਦੇ ਕਈ ਵਾਰੀ। ਲੇਕਿਨ ਕੀ ਹੈ, ਉਹਦੇ 'ਤੇ ਕੇਸ ਦੇ ਉੱਤੇ ਕੋਈ ਇਫੈਕਟ ਨਹੀਂ ਆਉਂਦਾ। ਕੇਸ ਦੇ ਵਿੱਚ ਹਾਂ ਥੋੜ੍ਹਾ ਡਿਲੇ ਜ਼ਰੂਰ ਆ ਜਾਂਦਾ। ਉਹ ਅਸੀਂ ਕਲਾਇੰਟਸ ਨੂੰ ਸ਼ੁਰੂ ਤੋਂ ਕਹਿ ਕੇ ਚੱਲਦੇ ਹਾਂ ਕਿ ਹੋ ਸਕਦਾ ਹੈ ਕਿ ਤੁਹਾਡੇ ਕੇਸ ਦੇ ਵਿੱਚ ਆਉਣ ਵਾਲੇ ਟਾਈਮ 'ਚ ਰੂਲ ਐਂਡ ਰੈਗੂਲੇਸ਼ਨ ਚੇਂਜ ਦੀ ਵਜ੍ਹਾ ਨਾਲ ਤੁਹਾਡੇ 5-7 ਮਹੀਨੇ ਹੋਰ ਵੀ ਲੱਗ ਸਕਦੇ ਆ। ਤਾਂ ਯੂਜੂਅਲੀ ਅਸੀਂ ਆਪਣੇ ਕਲਾਇੰਟਸ ਨੂੰ ਉਹ ਇਨਫੋਰਮ ਕਰਕੇ ਚੱਲਦੇ ਹਾਂ ਕਿ ਕੋਈ ਵੀ ਅਗਰ ਚੇਂਜ ਹੋ ਗਿਆ ਗਵਰਨਮੈਂਟ ਦੇ ਰੂਲ ਰੈਗੂਲੇਸ਼ਨ ਦੇ ਵਿੱਚ ਤੇ ਉਹ ਪ੍ਰੋਸੈਸਿੰਗ ਟਾਈਮ ਦੇ ਵਿੱਚ ਡਿਲੇ ਲਿਆ ਸਕਦਾ। ਸਰ, ਤੁਸੀਂ 4 ਕੰਟਰੀਜ਼ ਦਾ ਜ਼ਿਕਰ ਕੀਤਾ ਸੀਗਾ, ਤੇ ਚਾਰੋਂ ਕੰਟਰੀਜ਼ ਦੇ ਵਿੱਚ ਇਹ ਸੇਮ ਹੀ ਹੈ ਪ੍ਰੋਸੈਸ ਜਾਂ ਫਿਰ ਦੇਖੋ, ਪ੍ਰੋਸੈਸ ਜਿਹੜੀ ਹੈ ਹਰ ਕੰਟਰੀ ਦੀ ਅਲੱਗ ਹੈ, ਹਰ ਕੰਟਰੀ ਦੀ ਰਿਕੁਆਇਰਮੈਂਟ ਅਲੱਗ ਹੈ। ਲੇਕਿਨ ਜਿਹੜਾ ਬੇਸਿਕ ਰੂਲ ਹੈ ਚਾਰੋਂ ਕੰਟਰੀਜ਼ ਵਾਸਤੇ ਅਪਲਾਈ ਕਰਨ ਵਾਸਤੇ ਇਹ ਹੈ ਕਿ ਤੁਸੀਂ ਇੱਕ ਬਿਜ਼ਨਸਮੈਨ ਹੋਣੇ ਚਾਹੀਦੇ ਆ, ਜਾਂ ਫਿਰ ਤੁਸੀਂ ਕਿਸੇ ਫਰਮ ਦੇ ਵਿੱਚ, ਕਿਸੇ ਕੰਪਨੀ ਦੇ ਵਿੱਚ ਬੜੇ ਅਹੁਦੇ ਤੇ ਕੰਮ ਕਰ ਰਹੇ ਹੋ। ਮੰਨ ਲਓ ਤੁਸੀਂ CEO, ਡਾਇਰੈਕਟਰ ਹੋ ਜਾਂ ਜਨਰਲ ਮੈਨੇਜਰ ਹੋ, ਐਸੀ ਪੋਜੀਸ਼ਨ ਤੁਸੀਂ ਕੰਮ ਕਰ ਰਹੇ ਹੋ ਤਾਂ ਤੁਸੀਂ ਕੈਨੇਡਾ, US ਤੇ UK ਦੇ ਵਿੱਚ ਅਪਲਾਈ ਕਰ ਸਕਦੇ ਹੋ। ਸਿਰਫ ਆਸਟ੍ਰੇਲੀਆ ਦੇ ਵਿੱਚ ਇਹ ਹੈ ਕਿ ਆਸਟ੍ਰੇਲੀਆ ਦੇ ਵਿੱਚ ਅਗਰ ਤੁਸੀਂ ਅਪਲਾਈ ਕਰਨਾ ਹੈ ਤੇ ਉਹਦੇ ਵਾਸਤੇ ਤੁਹਾਨੂੰ ਐਜ਼ ਅ ਬਿਜ਼ਨਸਮੈਨ ਹੀ ਹੋਣਾ ਚਾਹੀਦਾ ਪਿਛਲੇ 5 ਸਾਲ ਤੋਂ। ਅੱਛਾ ਸਰ, ਇੱਕ ਜਿਸ ਤਰੀਕੇ ਨਾਲ ਇਹ ਵੀ ਬਹੁਤ ਸਾਰੇ ਲੋਕਾਂ ਦੀ ਆਉਂਦੀਆਂ ਨੇ ਸ਼ਿਕਾਇਤਾਂ ਵਗੈਰਾ, ਉਹ ਕਈ ਵਾਰ ਇਹ ਹੋ ਜਾਂਦਾ ਕਿ ਕੋਈ ਗਵਰਨਮੈਂਟ ਨੇ ਰੂਲ ਚੇਂਜ ਕਰ ਦਿੱਤਾ, ਰੂਲ ਚੇਂਜ ਕਰਨ ਤੋਂ ਬਾਅਦ ਜਿਹੜੀਆਂ ਉਹ ਫਾਈਲਾਂ ਉਹ ਪੈਂਡਿੰਗ ਚਲੇ ਜਾਂਦੀਆਂ ਨੇ। ਜਦੋਂ ਮੰਨ ਲਓ ਇਹੋ ਜਿਹਾ ਕੋਈ ਸੀਨ ਆ ਜਾਂਦਾ ਤਾਂ ਉੱਥੇ ਤੁਸੀਂ ਕਿਸ ਤਰੀਕੇ ਦੀ ਹੈਲਪ ਕਰੋਗੇ ਉਹਨਾਂ ਦੀ? ਬਹੁਤ ਅੱਛਾ ਸਵਾਲ ਪੁੱਛਿਆ ਜੀ। ਦੇਖੋ, ਇਹ ਬਹੁਤ ਸਾਰੇ ਕੇਸਿਸ ਦੇ ਵਿੱਚ ਹੁੰਦਾ ਹੈ ਕਿ ਗਵਰਨਮੈਂਟ ਦੇ ਰੂਲ ਰੈਗੂਲੇਸ਼ਨ ਦੀ ਵਜ੍ਹਾ ਨਾਲ ਪ੍ਰੋਸੈਸਿੰਗ ਟਾਈਮ 'ਚ ਡਿਲੇ ਹੋ ਜਾਂਦੇ ਆ। ਉਸ ਕੇਸ ਦੇ ਵਿੱਚ ਅਸੀਂ ਕੀ ਕਰਦੇ ਹਾਂ, ਸਾਡੇ ਜਿਹੜੇ ਅਟਰਨੀਜ਼ ਹੁੰਦੇ ਆ, ਜਿਹੜੇ ਸਾਡੇ ਸੋਲੀਸਿਟਰਸ ਹੁੰਦੇ ਆ, ਉਹ ਸਾਡੇ ਕਲਾਇੰਟ ਦੇ ਕੇਸਿਸ ਨੂੰ ਰਿਪਰੈਜ਼ੈਂਟ ਕਰਦੇ ਆ ਹਾਈ ਕਮਿਸ਼ਨ ਦੇ ਨਾਲ। ਅਗਰ ਸਾਨੂੰ ਲੱਗੇ ਕਿ ਇਹ ਕੇਸ ਅੱਗੇ ਲੜਨਾ, ਕੋਰਟ ਦੇ ਵਿੱਚ ਵੀ ਲੜਨਾ ਪਵੇ, ਤਾਂ ਉਹ ਵੀ ਅਸੀਂ ਅੱਗੇ ਜਾ ਕੇ ਕੋਰਟ ਦੇ ਵਿੱਚ ਵੀ ਅਪੀਲ ਕਰਦੇ ਹਾਂ ਕਿ ਪ੍ਰੋਸੈਸਿੰਗ ਟਾਈਮ ਜੋ ਗਵਰਨਮੈਂਟ ਨੇ ਵੈਬਸਾਈਟ 'ਤੇ ਦੱਸਿਆ ਹੋਇਆ ਉਸ ਨੂੰ ਵੀ ਅਗਰ ਟਾਈਮ ਲਾਈਨ ਐਕਸੀਡ ਕਰ ਗਏ ਹੈ ਤਾਂ ਫਿਰ ਸਾਡੇ ਅਟਰਨੀਜ਼ ਹੈ, ਜਿਹੜੇ ਸਾਡੇ ਸੋਲੀਸਿਟਰਸ ਹੈ, ਉਹ ਕੋਰਟ ਦੇ ਵਿੱਚ ਵੀ ਕੇਸ ਲੜ ਕੇ ਕਲਾਇੰਟ ਦਾ ਕੇਸ ਅੱਗੇ ਪ੍ਰੋਸੈਸ ਕਰਵਾਉਂਦੇ ਆ। ਅਗਰ ਸਰ ਕਿਸੇ ਦਾ ਕੇਸ ਪਹਿਲਾਂ ਪੈਂਡਿੰਗ ਹੋਵੇ ਤਾਂ ਕੀ ਉਹਦੇ ਕੇਸ ਦੇ ਵਿੱਚ ਵੀ ਤੁਸੀਂ ਹੈਲਪ ਕਰ ਸਕਦੇ ਹੋ, ਜਾਂ ਫਿਰ ਕੋਈ ਨਵੇਂ ਤਰੀਕੇ ਨਾਲ ਇਹ ਜਾਣਾ ਚਾਹੁੰਦਾ ਤਾਂ ਉਸ ਦੇ ਵਿੱਚ ਹੀ ਹੈਲਪ ਹੋ ਸਕਦੀ? ਨਹੀਂ, ਅਸੀਂ ਦੇਖੋ ਹਰ ਤਰ੍ਹਾਂ ਦੇ ਕੇਸਿਸ ਦੇ ਵਿੱਚ ਹੈਲਪ ਕਰ ਦਿੰਦੇ ਹਾਂ। ਅਗਰ ਕਲਾਇੰਟ ਦਾ ਕਿਸੇ ਦਾ ਆਲਰੇਡੀ ਡਿਲੇ ਹੋ ਰਿਹਾ, ਕਿਸੇ ਹੋਰ ਆਰਗੇਨਾਈਜੇਸ਼ਨ ਤੋਂ ਲੱਗਿਆ ਹੋਇਆ, ਉਸ ਕੇਸ ਦੇ ਵਿੱਚ ਵੀ ਅਸੀਂ ਹੈਲਪ ਕਰ ਦਿੰਦੇ ਹਾਂ।
ਜੋ ਵੀ ਬਿਜ਼ਨਸ ਕੇਸਿਸ ਹਨ, ਮਤਲਬ ਤੁਸੀਂ ਲਾ ਕੇ ਚੱਲੋ ਕਿ ਅਗਰ ਵਰਲਡ ਦੇ ਵਿੱਚ ਕੋਈ ਵੀ ਜਗ੍ਹਾ ਹੈ ਜਿੱਥੇ ਕਲਾਇੰਟ ਨੇ ਬਿਜ਼ਨਸ ਵੀਜ਼ਾ ਅਪਲਾਈ ਕਰਨਾ ਹੈ, ਉਹ ਸਾਰੀ ਕੈਟਾਗਰੀਜ਼ ਨਾਲ ਅਸੀਂ ਡੀਲ ਕਰਦੇ ਹਾਂ। ਦੇਖੋ, ਜੇ ਕੋਈ ਵੀ ਬਿਜ਼ਨਸਮੈਨ ਆਊਗਾ ਜਾਂ ਫਿਰ ਕੋਈ ਵੀ ਆਊਗਾ ਤਾਂ ਉਹਨੇ ਸਭ ਤੋਂ ਪਹਿਲਾ ਸਵਾਲ ਤਾਂ ਨਹੀਂ ਪੁੱਛਣਾ ਕਿ ਕਿਹੜਾ ਮੁਲਕ ਹੈ ਜਿਹੜਾ ਸਭ ਤੋਂ ਪਹਿਲਾਂ ਕਰ ਦਿੰਦਾ, ਉਹ ਉੱਥੇ ਲਾ ਦਿਓ। ਇਹ ਹੁੰਦਾ ਜਾਂ ਫਿਰ ਸਟੱਡੀ ਵੀਜ਼ੇ 'ਚ ਚੱਲਦਾ ਹੈ? ਨਹੀਂ, ਦੇਖੋ ਸਟੱਡੀ ਵੀਜ਼ਾ ਦੇ ਵਿੱਚ ਮੈਨੂੰ ਇੰਨੀ ਨੌਲੇਜ ਨਹੀਂ ਹੈ, ਲੇਕਿਨ ਜੋ ਬਿਜ਼ਨਸ ਕੇਸਿਸ ਹੈਗੇ ਆ, ਬਿਜ਼ਨਸ ਕੇਸਿਸ ਦੇ ਵਿੱਚ ਅਗਰ ਤੁਸੀਂ ਪ੍ਰੈਫਰੈਂਸ ਪੁੱਛਦੇ ਹੋ ਕਿ ਕਿਹੜੀ ਕੰਟਰੀ ਦੀ ਪ੍ਰੈਫਰੈਂਸ, ਸਾਡੇ ਕੋਲ 70 ਤੋਂ 75% ਲੋਕੀ ਕੈਨੇਡਾ ਵਾਸਤੇ ਆਉਂਦੇ ਆ। ਅਤੇ ਉਸ ਤੋਂ ਇਲਾਵਾ ਹੁਣ ਆਫ ਲੇਟ ਜਿਹੜਾ ਹੈ ਰੁਝਾਨ ਜਿਹੜਾ ਹੈ ਕੈਨੇਡਾ, ਆਸਟ੍ਰੇਲੀਆ ਔਰ UK ਵੱਲ ਬਹੁਤ ਹੋਇਆ, ਕਿਉਂਕਿ ਉੱਥੇ ਦੀ ਜਿਹੜੀ ਗਵਰਨਮੈਂਟਸ ਹੈ ਉਹਨਾਂ ਨੇ ਰੂਲਸ ਕਾਫੀ ਰਿਲੈਕਸ ਕਰ ਦਿੱਤੇ ਨੇ ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰਨ ਵਾਸਤੇ ਅੰਡਰ ਦੀ ਬਿਜ਼ਨਸ ਇਮੀਗ੍ਰੇਸ਼ਨ। ਮੰਨ ਲਓ ਕੋਈ ਬਿਜ਼ਨਸਮੈਨ ਹੈ, ਤੁਸੀਂ ਉਹਨਾਂ ਨੂੰ ਕਿਸ ਤਰੀਕੇ ਨਾਲ ਹੁਣ ਗਾਈਡ ਕਰਨਾ ਚਾਹੋਗੇ ਕਿ ਭਾਈ ਇਸ ਤਰੀਕੇ ਨਾਲ ਇੱਥੇ ਜਾ ਕੇ ਕਰੋ, ਇੱਥੇ ਜਾ ਕੇ ਤੁਸੀਂ ਸੈੱਟ ਹੈ, ਟਨਾ ਕੰਮ? ਦੇਖੋ ਬਿਜ਼ਨਸਮੈਨ ਵਾਸਤੇ ਦੇਖੋ ਸਭ ਤੋਂ ਬੜੀ ਗੱਲ ਹੈ ਕਿ ਉਹਨਾਂ ਨੂੰ ਕੋਈ ਇੰਗਲਿਸ਼ ਦੀ ਰਿਕੁਆਇਰਮੈਂਟ ਨਹੀਂ ਹੁੰਦੀ ਹੈ, ਕੋਈ ਏਜ ਦਾ ਫੈਕਟਰ ਨਹੀਂ ਹੈ, ਬਸ ਉਹਨਾਂ ਨੇ ਇੱਕ ਪਲੈਨਿੰਗ ਕਰਨੀ ਹੁੰਦੀ ਹੈ ਵੀ ਕਿਹੜੀ ਕੰਟਰੀ 'ਚ ਉਹਨਾਂ ਨੇ ਅਪਲਾਈ ਕਰਨਾ ਹੈ। ਤੁਸੀਂ ਪਲੈਨਿੰਗ ਉਹਨਾਂ ਨੂੰ ਸਮਝਾਣੀ ਹੈ, ਪਲੈਨਿੰਗ ਉਹਨਾਂ ਕੋਲ ਹੋਣੀ ਚਾਹੀਦੀ ਹੈ? ਉਹਨਾਂ ਕੋਲ ਪਲੈਨਿੰਗ ਹੋਣੀ ਚਾਹੀਦੀ। ਦੇਖੋ ਮੈਂ ਕਿਸੇ ਦਾ ਦਿਮਾਗ ਜਿਹੜਾ ਹੈ ਚੇਂਜ ਨਹੀਂ ਕਰ ਸਕਦਾ। ਅਗਰ ਤੁਹਾਡੀ ਆਲਰੇਡੀ ਰਿਲੇਟਿਵਸ ਹੈ ਕੈਨੇਡਾ, ਤੁਸੀਂ ਕਦੀ ਵੀ ਨਹੀਂ ਜਾਓਗੇ ਵੀ ਮੈਂ UK ਜਾਣਾ ਜਾਂ ਆਸਟ੍ਰੇਲੀਆ ਜਾਣਾ। ਅਗਰ ਤੁਹਾਡੇ ਆਸਟ੍ਰੇਲੀਆ 'ਚ ਰਿਲੇਟਿਵ ਹੈ, ਤੁਹਾਡੇ ਫਰੈਂਡਸ ਹੈ, ਤੁਸੀਂ ਕਹੋਗੇ ਨਹੀਂ ਜੀ ਮੈਂ ਆਸਟ੍ਰੇਲੀਆ ਹੀ ਅਪਲਾਈ ਕਰਨਾ। ਸੋ ਕਲਾਇੰਟ ਦੀ ਟੋਟਲੀ ਡਿਸਕ੍ਰਿਸ਼ਨ ਹੁੰਦੀ ਹੈ ਕਲਾਇੰਟ ਨੇ ਕਿੱਥੇ ਅਪਲਾਈ ਕਰਨਾ। ਸਾਡੇ ਕੋਲ ਜਿਹੜਾ ਪਲੈਨਿੰਗ ਹੈ, ਜਿਹੜੀ ਸਾਡੇ ਕੋਲ ਐਕਸਪਰਟੀਜ਼ ਹੈ, ਉਹ ਅਸੀਂ ਕਲਾਇੰਟ ਦੀ ਗਾਈਡ ਦੇ ਨਾਲ ਹੀ ਅਸੀਂ ਉਹਨੂੰ ਅੱਗੇ ਪ੍ਰੋਸੈਸ ਕਰਾਉਂਦੇ ਹਾਂ। ਜ਼ਿਆਦਾਤਰ ਜਿਹੜੇ ਕਲਾਇੰਟਸ ਨੇ ਉਹਨਾਂ 'ਤੇ ਕੀ ਸਵਾਲ ਤੁਹਾਨੂੰ ਸਭ ਤੋਂ ਪਹਿਲਾਂ ਜ਼ਿਆਦਾ ਪੁੱਛੇ ਜਾਂਦੇ ਨੇ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਉਹ ਅੱਜ ਥੋੜ੍ਹਾ ਦੱਸਿਓ ਕਿ ਸ਼ਾਇਦ ਹੋਰ ਵੀ ਬਹੁਤ ਸਾਰੇ ਦਰਸ਼ਕਾਂ ਦੇ ਸਵਾਲ ਹੋਣ। ਯੂਜੂਅਲੀ ਦੇਖੋ ਕਲਾਇੰਟਸ ਜਿਹੜੇ ਬਿਜ਼ਨਸਮੈਨ ਜਾਂਦੇ ਆ ਉਹ ਇਹੀ ਪੁੱਛਦੇ ਆ ਕਿ ਸਾਡਾ ਬਿਜ਼ਨਸ ਉੱਥੇ ਕਿਵੇਂ ਚੱਲੂਗਾ, ਸਾਨੂੰ ਉੱਥੇ ਰਿਟਰਨ ਕਿਵੇਂ ਆਏਗੀ, ਔਰ ਸਾਡਾ ਕੀ ਚਾਂਸਿਸ ਹੈ ਕਿ ਸਾਡਾ ਬਿਜ਼ਨਸ ਫੇਲ ਨਹੀਂ ਹੋਏਗਾ। ਸੋ ਉਹ ਸਾਰੇ ਜਿਹੜੀ ਹੈ ਉਹਨਾਂ ਦੀ ਜਿਹੜੀ ਇਹ ਕੁਐਰੀਜ਼ ਹੈ ਉਹ ਅਸੀਂ ਰਿਜ਼ੋਲਵ ਕਰਾਉਂਦੇ ਹਾਂ ਜਦੋਂ ਸਾਡੇ ਨਾਲ ਕਲਾਇੰਟ ਦੀ ਮੀਟਿੰਗ ਹੁੰਦੀ ਹੈ। ਅਸੀਂ ਐਕਸਪਰਟਸ ਨਾਲ ਵੀ ਉਹਨਾਂ ਦੀ ਗੱਲ ਕਰਾਉਂਦੇ ਹਾਂ। ਅਗਰ ਤੁਹਾਨੂੰ ਕੋਈ ਉੱਥੇ ਬਿਜ਼ਨਸ ਦੇਖਣ ਜਾਣਾ ਤਾਂ ਅਸੀਂ ਉਹਨਾਂ ਦਾ ਉੱਥੇ ਇੱਕ ਵਿਜ਼ਿਟ ਵੀ ਕਰਾਉਂਦੇ ਹਾਂ ਕੈਨੇਡਾ 'ਚ। ਅਗਰ ਤੁਸੀਂ ਕੋਈ ਬਿਜ਼ਨਸ ਦੇਖਣਾ ਹੈ ਜਾਂ ਤੁਸੀਂ ਕੋਈ ਬਿਜ਼ਨਸ ਸਟਾਰਟ ਕਰਨਾ ਹੈ, ਉਹਦੇ ਵਿੱਚ ਵੀ ਅਸੀਂ ਕਲਾਇੰਟਸ ਦੀ ਸਾਰੀ ਹੈਲਪ ਕਰਦੇ ਹਾਂ। ਇਹ ਸ਼ੱਕ ਸ਼ੋਬੇ ਤੁਸੀਂ ਪਹਿਲਾਂ ਦੂਰ ਕਰਦੇ ਹੋ, ਕਿਉਂਕਿ ਜਿਹਨੂੰ ਬਿਜ਼ਨਸ ਲੈ ਕੇ ਜਾਣਾ ਉਹਨੂੰ ਥੋੜ੍ਹਾ ਬਹੁਤਾ ਜ਼ਹਿਨ 'ਚ ਹੁੰਦਾ ਹੀ ਹੈ ਕਿ ਇਹ ਚੀਜ਼ਾਂ ਚੱਲਣਗੀਆਂ ਨਹੀਂ ਚੱਲਣਗੀਆਂ, ਕੰਮ ਹੋਊਗਾ ਨਹੀਂ ਹੋਊਗਾ। ਫਿਰ ਉੱਥੇ ਕਿਸ ਤਰੀਕੇ ਨਾਲ ਕਿਹੋ ਜਿਹੀ ਰਾਏ, ਕਿਉਂਕਿ ਤੁਸੀਂ ਲੀਗਲ ਵੀ ਇੱਕ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਉਸ ਨੂੰ ਤੁਸੀਂ ਨਾਲ ਲੈ ਕੇ ਚੱਲਦੇ ਹੋ ਤਾਂ ਉਹਨਾਂ ਦੀ ਸਲਾਹ ਨਾਲ ਹੀ ਚੱਲਦੇ ਹੋ, ਤਾਂ ਕੀ ਉਹ ਵੀ ਪਹਿਲਾਂ ਤੁਹਾਡੇ ਧਿਆਨ 'ਚ ਹੁੰਦੀਆਂ ਨੇ, ਜ਼ਹਿਨ 'ਚ ਹੁੰਦੀਆਂ ਨੇ, ਕਿਉਂਕਿ ਤਸੱਲੀ ਕਰਾਉਣੀ ਹੈ, ਇੱਕ ਕੌਨਫੀਡੈਂਸ ਵੀ ਬਿਲਡ ਕਰਨਾ ਹੈਗਾ ਸਾਹਮਣੇ ਵਾਲੇ ਦਾ? ਬਿਲਕੁਲ ਦੇਖੋ ਇਹ ਇੱਕ ਬਹੁਤ ਵੱਡਾ ਡਿਸੀਜਨ ਹੈ ਤੁਸੀਂ ਬਿਜ਼ਨਸਮੈਨ ਵਾਸਤੇ ਨਾ, ਕਿ ਉੱਥੇ ਜਾ ਕੇ ਇਨਵੈਸਟਮੈਂਟ ਵੀ ਕਰਨੀ ਹੈ, ਪੂਰੀ ਫੈਮਿਲੀ ਨੂੰ ਉੱਥੇ ਲੈ ਕੇ ਵੀ ਜਾਣਾ ਹੈ, ਇੱਥੇ ਦਾ ਬਿਜ਼ਨਸ ਵੀ ਵਾਈਂਡ ਅਪ ਕਰਨਾ ਹੈ। ਤਾਂ ਉਹ ਸਾਰੀ ਜਿਹੜੀ ਗੱਲਾਂ ਹੈ, ਉਹ ਸਾਰੀਆਂ ਜਿਹੜੀਆਂ ਕੁਐਰੀਜ਼ ਹੈ, ਉਹ ਅਸੀਂ ਮਤਲਬ ਪਹਿਲੀ ਹੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਕਲੀਅਰ ਕਰਦੇ ਹਾਂ, ਸਾਰੀ ਡਿਟੇਲਸ ਉਹਨਾਂ ਨੂੰ ਦਿੰਦੇ ਹਾਂ, ਤਾਂ ਉਹਦਾ ਬਿਜ਼ਨਸਮੈਨ ਦਾ ਮਾਈਂਡ ਸੈਟਅਪ ਕਰਵਾਉਂਦੇ ਹਾਂ ਕਿ ਉਹ ਕਿਸ ਤਰ੍ਹਾਂ ਅਪਲਾਈ ਕਰੇਗਾ, ਕਿੰਨੇ ਪੈਸੇ ਇਨਵੈਸਟ ਕਰੇਗਾ, ਕੀ ਉਹਦੀ ਰਿਕੁਆਇਰਮੈਂਟ ਹੈ। ਇਹ ਅਸੀਂ ਸਾਰਾ ਕੁਝ ਉਹਨਾਂ ਨੂੰ ਫਰਸਟ ਮੀਟਿੰਗ ਦੇ ਵਿੱਚ ਹੀ ਇਨਫੋਰਮ ਕਰਦੇ ਹਾਂ। ਜੀ ਅਮਿਤ ਜੀ, ਬਹੁਤ ਸਾਰੇ ਬਿਜ਼ਨਸਮੈਨ ਹੋਣਗੇ ਸ਼ਾਇਦ ਤੁਹਾਡੇ ਕੋਲ ਆ ਕੇ ਵੀ ਇਸ ਸਵਾਲ ਤੁਹਾਨੂੰ ਪੁੱਛਣ ਕਿ ਪਹਿਲਾਂ ਉਹਨਾਂ ਨਾਲ ਗੱਲ ਕਰਾਓ ਜਿਨ੍ਹਾਂ ਦੇ ਤੁਸੀਂ ਵੀਜ਼ੇ ਲਵਾਏ ਨੇ, ਉਹਨਾਂ ਦੇ ਬਿਜ਼ਨਸ ਸੈੱਟ ਨੇ, ਉਹਨਾਂ ਨਾਲ ਗੱਲ ਹੋਣੀ ਚਾਹੀਦੀ ਸਾਡੀ। ਇੱਕ ਤਾਂ ਕਦੀ ਬਿਜ਼ਨਸਮੈਨ ਜਿਹੜਾ ਅੱਛਾ ਬਿਜ਼ਨਸਮੈਨ ਹੁੰਦਾ ਉਹ ਕਦੀ ਇਹੋ ਜਿਹੀ ਗੱਲ ਪੁੱਛਦਾ ਨਹੀਂ ਹੈ ਯੂਜੂਅਲੀ, ਕਿਉਂਕਿ ਬਿਜ਼ਨਸਮੈਨ ਨੂੰ ਪਤਾ ਹੈ ਕਿ ਬਈ ਮੈਂ ਆਪਣੇ ਬੇਸ 'ਤੇ ਹੀ ਜਾਣਾ ਹੈ। ਅਗਰ ਮੇਰੀ ਕਿਸੇ ਨਾਲ ਗੱਲ ਕਰਵਾ ਵੀ ਦਓਗੇ ਤਾਂ ਉਹਦੇ ਨਾਲ ਮੇਰੇ ਪ੍ਰੋਫਾਈਲ 'ਤੇ ਕੋਈ ਖਾਸ ਫਰਕ ਨਹੀਂ ਪੈਣਾ। ਪਰ ਫਿਰ ਵੀ ਅਗਰ ਕੋਈ ਸਾਨੂੰ ਰਿਕੁਐਸਟ ਕਰਦਾ ਹੈ, ਕੋਈ ਮਤਲਬ ਸਾਨੂੰ ਪੁੱਛਦਾ ਹੈ ਵੀ ਅਗਰ ਤੁਸੀਂ ਸਕਸੈਸਫੁਲ ਕਲਾਇੰਟ ਨਾਲ ਸਾਡੀ ਗੱਲ ਕਰਾ ਦਿਓ, ਤਾਂ ਸਾਡੇ ਕੋਲ ਬਹੁਤ ਕਲਾਇੰਟ ਨੇ, ਅਸੀਂ ਕਲਾਇੰਟਾਂ ਦੀ ਯੂਜੂਅਲੀ ਗੱਲ ਕਰਾ ਦਿੰਦੇ ਹਾਂ। ਅੱਛਾ, ਸਿੰਗਰਸ ਬਹੁਤ ਜਾ ਰਹੇ ਨੇ ਪੰਜਾਬ ਦੇ, ਬਹੁਤ ਸਾਰੇ। ਬਿਲਕੁਲ, ਇਹ ਮੈਂ ਤੁਹਾਨੂੰ ਪਹਿਲੇ ਹੀ ਇਹਦੇ ਨਾਲ ਗੱਲ ਕਰਨਾ ਚਾਹੁੰਦਾ ਕਿ ਅੱਜ ਕੱਲ੍ਹ ਜਿਹੜਾ ਇੱਕ ਬਹੁਤ ਅੱਛਾ ਪ੍ਰੋਗਰਾਮ ਗਵਰਨਮੈਂਟ ਨੇ ਇਸ਼ੂ ਕੀਤਾ ਹੋਇਆ ਹੈ, ਉਹਨੂੰ ਅਸੀਂ ਕਹਿੰਦੇ ਸੈਲਫ ਇੰਪਲੋਇਡ ਕੈਟਾਗਰੀ। ਸੈਲਫ ਇੰਪਲੋਇਡ ਕੈਟਾਗਰੀ ਦੇ ਵਿੱਚ ਤੁਸੀਂ ਡਾਇਰੈਕਟਲੀ ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰ ਸਕਦੇ ਹੋ ਬਿਨਾਂ ਕਿਸੇ ਇਨਵੈਸਟਮੈਂਟ ਤੋਂ। ਅੱਛਾ ਜੀ, ਬਿਨਾਂ ਕਿਸੇ ਇਨਵੈਸਟਮੈਂਟ। ਅਗਰ ਤੁਸੀਂ ਕੋਈ ਸਿੰਗਰ ਹੋ, ਕੋਈ ਤੁਸੀਂ ਆਰਟਿਸਟ ਹੋ, ਕੋਈ ਤਬਲਾ ਵਜਾਉਂਦਾ ਹੈ, ਕੋਈ ਗਿਟਾਰ ਵਜਾ ਰਹੇ ਹੋ, ਔਰ ਕੋਈ ਤੁਸੀਂ ਕਿਸੇ ਵੀ ਤਰ੍ਹਾਂ ਦੇ ਆਰਟਿਸਟ ਹੋ, ਔਰ ਜਾਂ ਫਿਰ ਤੁਸੀਂ ਕੋਈ ਕਬੱਡੀ ਦੇ ਪਲੇਅਰ ਹੋ, ਹਾਕੀ ਦੇ ਪਲੇਅਰ ਹੋ, ਫੁੱਟਬਾਲ ਦੇ ਪਲੇਅਰ ਹੋ, ਔਰ ਜਾਂ ਫਿਰ ਤੁਸੀਂ ਕੋਚ ਹੋ, ਤੁਸੀਂ ਯੋਗਾ ਇੰਸਟਰਕਟਰ ਹੋ, ਜਾਂ ਤੁਸੀਂ ਫੈਸ਼ਨ ਡਿਜ਼ਾਈਨਰ ਹੋ, ਇਹ ਸਾਰੀ ਕੈਟਾਗਰੀਜ਼ ਤੁਸੀਂ ਈਜ਼ੀਲੀ ਅਪਲਾਈ ਕਰ ਸਕਦੇ ਹੋ ਸੈਲਫ ਇੰਪਲੋਇਡ ਕੈਟਾਗਰੀ ਦੇ ਵਿੱਚ, ਜਿਹਦੇ ਵਿੱਚ ਕੀ ਪ੍ਰੋਸੈਸਿੰਗ ਟਾਈਮ ਸਿਰਫ 18 ਤੋਂ 20 ਮਹੀਨਿਆਂ ਦਾ ਹੈ, ਔਰ ਬਿਨਾਂ ਕਿਸੇ ਇਨਵੈਸਟਮੈਂਟ ਤੋਂ ਬਹੁਤ ਛੋਟੀ ਲਾਗਤ ਤੋਂ ਤੁਸੀਂ ਆਪਣੇ ਪਰਿਵਾਰ ਨਾਲ ਉੱਥੇ ਕੈਨੇਡਾ ਤੁਸੀਂ ਜਿਹੜਾ ਹੈ ਇਮੀਗ੍ਰੇਟ ਹੋ ਸਕਦੇ ਜੀ। ਅੱਛਾ, ਗਵਰਨਮੈਂਟ ਫੀਸ ਦਾ ਕੀ ਰਹਿੰਦਾ ਹੈਗਾ ਤੇ ਉਹਦੇ ਬਾਰੇ ਜੀ ਥੋੜ੍ਹਾ ਦੱਸ ਸਕੋ, ਆਈਡੀਆ ਕੁਛ? ਦੇਖੋ, ਗਵਰਨਮੈਂਟ ਫੀਸ ਹਰ ਕੈਟਾਗਰੀ ਦੇ ਵਿੱਚ ਅਲੱਗ ਹੈ ਜੀ। ਤੁਸੀਂ ਕੈਨੇਡਾ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ, ਤੁਸੀਂ ਮੰਨ ਕੇ ਚੱਲੋ ਕਿ 2000 ਤੋਂ ਲੈ ਕੇ 3000 ਕੈਨੇਡੀਅਨ ਡਾਲਰ ਗਵਰਨਮੈਂਟ ਫੀਸ ਹੈ। ਆਸਟ੍ਰੇਲੀਆ ਦੇ ਵਿੱਚ ਥੋੜ੍ਹੀ ਜਿਹੀ ਜ਼ਿਆਦਾ, ਉਹ 10,000 ਤੋਂ ਲੈ ਕੇ 15,000 ਡਾਲਰ ਹੈ। UK ਦੇ ਵਿੱਚ ਵੀ 1000 ਪਾਊਂਡ ਤੋਂ ਲੈ ਕੇ 1500 ਪਾਊਂਡ ਤੱਕ ਉਹਨਾਂ ਦੀ ਫੀਸਿਸ ਹੁੰਦੀਆਂ।
ਅੱਛਾ, ਇਹ ਜਿਹੜਾ ਇਹ ਪੂਰਾ ਪ੍ਰੋਸੈਸ ਹੈਗਾ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਇਹਦੇ ਲਈ ਘੱਟੋ ਘੱਟ ਤੁਸੀਂ ਦੱਸਿਆ ਸੀਗਾ 4 ਤੋਂ 6 ਮਹੀਨੇ, ਜੇ ਵੱਧ ਤੋਂ ਵੱਧ ਸੋਚ ਕੇ ਚੱਲਣਾ ਹੋਵੇ ਤਾਂ ਕਿੰਨਾ ਕੁ ਸਮਾਂ ਜਿਹੜਾ ਉਹ ਜੇ ਬੰਦਾ ਕਵੇ ਵੀ ਕੋਈ ਗੱਲ ਨਹੀਂ ਮੇਰਾ ਭਾਵੇਂ ਟਾਈਮ ਲੱਗ ਜੇ ਕੋਈ ਚੱਕਰ ਨਹੀਂ ਕੰਮ ਹੋ ਜੇ? ਹਾਂ ਦੇਖੋ, ਉਹ ਤੁਸੀਂ ਮੈਂ ਤੁਹਾਨੂੰ ਜਿਵੇਂ ਪਹਿਲੇ ਦੱਸਿਆ ਸੀ ਕਿ ਇਹਦੇ ਪ੍ਰੋਗਰਾਮਸ ਦੇ ਵਿੱਚ ਬਹੁਤ ਸਾਰੀ ਕੈਟਾਗਰੀਜ਼ ਹੈ। ਕਿਸੇ ਨੂੰ ਅਗਰ ਬਹੁਤ ਜਲਦੀ ਜਾਣਾ ਹੈ, ਮੰਨ ਲਓ ਕੋਈ ਕਹਿੰਦਾ ਕਿ ਨਹੀਂ ਵੀ ਮੇਰਾ ਦਿਲ ਨਹੀਂ ਲੱਗ ਰਿਹਾ ਇੱਥੇ ਤੇ ਮੈਨੂੰ ਇਮੀਡੀਏਟਲੀ ਟ੍ਰਾਂਸਫਰ ਹੋਣਾ, ਤਾਂ ਉਹ 4 ਤੋਂ 5 ਮਹੀਨੇ ਮੈਕਸਿਮਮ ਲੱਗਦੇ ਆ ਕਿਸੇ ਵੀ ਕੈਟਾਗਰੀ ਦੇ ਵਿੱਚ ਅਪਲਾਈ ਨੂੰ। ਅਗਰ ਕੋਈ ਕਲਾਇੰਟ ਕਹਿੰਦਾ ਕਿ ਨਹੀਂ ਮੈਂ ਇੰਨੀ ਛੇਤੀ 'ਚ ਨਹੀਂ ਹੈ, ਤੇ ਕੈਟਾਗਰੀਜ਼ ਹੈਗੀਆਂ ਜਿਹਨਾਂ ਦੇ 18 ਤੋਂ 20 ਮਹੀਨੇ ਵੀ ਲੱਗਦੇ ਆ। ਜਿਹੜੀ ਆਪਾਂ ਨੇ ਹੁਣੀ ਗੱਲ ਕੀਤੀ ਹੈ ਸਿੰਗਰਸ ਦੀ ਜਾਂ ਆਰਟਿਸਟ ਦੀ, ਉਹਦੇ ਵਿੱਚ 18 ਤੋਂ 20 ਮਹੀਨੇ ਦੇ ਵਿੱਚ ਤੁਸੀਂ ਇਮੀਗ੍ਰੇਟ ਹੋ ਸਕਦੇ ਹੋ ਈਜ਼ੀਲੀ ਕੈਨੇਡਾ ਦੇ ਵਿੱਚ। ਅੱਛਾ, 18 ਤੋਂ 20 ਮਹੀਨਿਆਂ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਤੁਸੀਂ ਕੈਨੇਡਾ ਦੀ ਲੈ ਸਕਦੇ ਹੋ ਪੂਰੇ ਪਰਿਵਾਰ ਸਮੇਤ। ਅੱਛਾ, ਫੈਮਿਲੀ ਦੇ ਨਾਲ? ਬਿਲਕੁਲ ਸਰ, ਬਿਲਕੁਲ। ਬਹੁਤ ਸਾਰੇ ਕਲਾਕਾਰ ਗਏ ਤੁਹਾਡੇ ਕੋਲ? ਬਿਲਕੁਲ, ਮੈਂ ਇਸ ਟਾਈਮ ਆਨਲਾਈਨ ਹੈ ਤੇ ਮੈਂ ਆਪਣੇ ਕਲਾਇੰਟਸ ਦੇ ਨਾਂ ਨਹੀਂ ਲੈ ਸਕਦਾ ਬਿਕੋਜ਼ ਅਸੀਂ ਜਿਹੜਾ ਹੈ ਨਾਨ ਕੌਨਫੀਡੈਂਸ਼ੀਅਲ ਐਗਰੀਮੈਂਟ ਸਾਈਨ ਕਰਦੇ ਹਾਂ ਆਪਣੇ ਕਲਾਇੰਟ ਨਾਲ। ਪਰ ਬਹੁਤ ਹੀ ਮੰਨੇ ਪਰਮੰਨੇ ਕਲਾਕਾਰਾਂ ਦੇ ਅਸੀਂ ਵੀਜ਼ੇ ਲਵਾਏ ਹੈ ਔਰ ਦੇ ਆਰ ਆਲ ਵਿਦ ਅਸ, ਔਰ ਸਾਨੂੰ ਹੌਲੀ ਹੌਲੀ ਕਲਾਇੰਟ ਉਹ ਰੈਫਰ ਵੀ ਕਰਦੇ ਰਹਿੰਦੇ ਆ। ਤੇ ਵਧੀਆ ਚੱਲ ਰਿਹਾ ਤੁਹਾਡਾ? ਬਿਲਕੁਲ ਸਰ, ਬਿਲਕੁਲ, ਬਹੁਤ ਅੱਛਾ ਚੱਲ ਰਿਹਾ ਜੀ। ਅੱਛਾ ਸਰ, ਅਖੀਰ ਦੇ ਵਿੱਚ ਕੀ ਤੁਸੀਂ ਇਸ ਨੂੰ ਕਹਿਣਾ ਚਾਹੋਗੇ ਕਿ ਕਿਸ ਤਰੀਕੇ ਦੇ ਨਾਲ, ਮੰਨ ਲਓ ਕਈ ਵਾਰੀ ਹੁੰਦਾ ਨਾ ਕਿ ਸਵਾਲ ਜਿਹਨੇ ਜਾਣਾ ਉਹਦੇ ਜ਼ਿਹਨ 'ਚ ਬਹੁਤ ਸਾਰੇ ਹੋਣਗੇ, ਉਹਨਾਂ ਨੇ ਆਪਣੇ ਸਵਾਲ ਤੁਹਾਡੇ ਤੱਕ ਪਹੁੰਚਾਉਣੇ ਨੇ, ਤੁਹਾਡੇ ਨਾਲ ਗੱਲਬਾਤ ਕਰਨੀ ਹੈ, ਕਿੱਦਾਂ ਹੋ ਸਕਦੀ ਹੈ? ਅਗਰ ਕਿਸੇ ਕਲਾਇੰਟ ਨੇ ਕੈਨੇਡਾ, ਆਸਟ੍ਰੇਲੀਆ, UK ਜਾਂ US ਦੇ ਵਾਸਤੇ ਅਪਲਾਈ ਕਰਨਾ ਹੈ ਤਾਂ ਮੇਰਾ ਇੱਕੋ ਹੀ ਰਿਕਮੈਂਡੇਸ਼ਨ ਹੈ, ਇੱਕੋ ਹੀ ਐਡਵਾਈਸ ਹੈ ਕਿ ਤੁਸੀਂ ਐਕਸਪਰਟ ਕੋਲ ਜਾਓ ਬਿਕੋਜ਼ ਇਹ ਔਖੇ ਵੀਜ਼ੇ ਹੈ। ਇਟ ਇਜ਼ ਨਾਟ ਈਜ਼ੀ ਵੀਜ਼ਾਜ਼, ਰਾਈਟ? ਇਹਦੇ ਵਾਸਤੇ ਸਾਨੂੰ ਬਹੁਤ ਸਾਰੀ ਤਿਆਰੀ ਕਰਨੀ ਪੈਂਦੀ ਹੈ। ਗਵਰਨਮੈਂਟ ਨੂੰ ਸਾਨੂੰ ਪ੍ਰਪੋਜ਼ਲਸ ਦੇਣੇ ਪੈਂਦੇ ਹੈ, ਗਵਰਨਮੈਂਟ ਨੂੰ ਦੱਸਣਾ ਪੈਂਦਾ ਕਿ ਜਿਹੜਾ ਇਹ ਬਿਜ਼ਨਸਮੈਨ ਹੈ ਇਹ ਉੱਥੇ ਜਾ ਕੇ ਕੀ ਕਰੇਗਾ, ਕਿਹੜਾ ਬਿਜ਼ਨਸ ਕਰੇਗਾ, ਕਿੰਨੀਆਂ ਉੱਥੇ ਜੌਬਸ ਦੇਣਗੀਆਂ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਤੁਸੀਂ ਇੱਕ ਐਕਸਪਰਟ ਕੋਲ, ਇੱਕ ਅੱਛੀ ਆਰਗੇਨਾਈਜੇਸ਼ਨ ਕੋਲ ਜਾ ਕੇ ਆਪਣੇ ਬਿਜ਼ਨਸ ਵੀਜ਼ਾ ਲਓ। ਤੁਸੀਂ ਵਾਰ-ਵਾਰ ਜ਼ੋਰ ਦੇ ਰਹੇ ਹੋ ਐਕਸਪਰਟ ਕੋਲ ਜਾਓ, ਇਹਦੇ ਪਿੱਛੇ ਕਾਰਨ ਕੀ ਹੈ? ਐਕਸਪਰਟ ਦੇਖੋ ਇੱਦਾਂ ਹੈ ਕਿ ਬਿਜ਼ਨਸ ਇਮੀਗ੍ਰੇਸ਼ਨ, ਜਿਵੇਂ ਮੈਂ ਤੁਹਾਨੂੰ ਦੱਸਿਆ, ਇਹ ਕੰਪਲੈਕਸ ਮੈਟਰ ਹੈ। ਇਹਦੇ ਵਿੱਚ ਸਾਨੂੰ ਐਕਸਪਰਟੀਜ਼ ਦੀ ਲੋੜ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਰਿਕੁਆਇਰਮੈਂਟਸ ਥੋੜ੍ਹੀਆਂ ਜਿਹੀਆਂ ਟੇਢੀਆਂ ਹੁੰਦੀਆਂ ਹੈ ਕੰਪੇਅਰ ਟੂ ਅਗਰ ਸਕਿਲਡ ਵੀਜ਼ਾ ਦੇਖਿਆ ਜਾਵੇ ਜਾਂ ਸਟੂਡੈਂਟ ਵੀਜ਼ਾ ਦੇਖਿਆ ਜਾਵੇ। ਉਹਦੇ ਨਾਲੋਂ ਸਾਡੀ ਜਿਹੜੀ ਇਹਦੇ ਵਿੱਚ ਰਿਕੁਆਇਰਮੈਂਟ ਗਵਰਨਮੈਂਟ ਦੀਆਂ ਉਹ ਥੋੜ੍ਹੀਆਂ ਜਿਹੀਆਂ ਔਖੀਆਂ ਹੁੰਦੀਆਂ। ਔਰ ਅਗਰ ਤੁਹਾਡੇ ਕੋਲ ਅੱਛਾ ਸੋਲੀਸਿਟਰ, ਅੱਛਾ ਅਟਰਨੀ ਨਹੀਂ ਹੈ ਤਾਂ ਉਹ ਉਸ ਤਰ੍ਹਾਂ ਉਹ ਤੁਹਾਡੀ ਕੇਸ ਨੂੰ ਰਿਪਰੈਜ਼ੈਂਟ ਨਹੀਂ ਕਰ ਪਾਉਂਦਾ। ਸੋ ਉਸ ਗੱਲ 'ਤੇ ਮੈਂ ਜ਼ਿਆਦਾ ਜ਼ੋਰ ਦਿੰਦਾ ਕਿ ਬਿਜ਼ਨਸ ਅਗਰ ਤੁਸੀਂ ਕਰਾਉਣਾ ਹੈ ਤਾਂ ਅੱਛੇ ਸੋਲੀਸਿਟਰ, ਅੱਛੇ ਅਟਰਨੀ ਜਾਂ ਅੱਛੀ ਆਰਗੇਨਾਈਜੇਸ਼ਨ ਤੋਂ ਹੀ ਕਰਵਾਓ ਆਪਣਾ ਕੇਸ। ਸਰ, ਇੱਕ ਤੁਸੀਂ ਵਾਰ-ਵਾਰ ਜ਼ਿਕਰ ਕੀਤਾ ਸੀਗਾ ਕਿ 4 ਕੰਟਰੀਜ਼ ਹੈ, ਤੇ ਜੇ ਉਹ ਸਮਝਣਾ ਚਾਹੀਏ ਕਿ ਕਿਹੜੀ ਕੰਟਰੀ ਕਿਸ ਤਰੀਕੇ ਦੇ ਨਾਲ ਕੀ ਉਹਨਾਂ ਦੀ ਰਿਕੁਆਇਰਮੈਂਟ ਹੈ, ਜੇ ਉਹਦੇ ਹਿਸਾਬ ਨਾਲ ਇਕੱਲੇ ਕੰਟਰੀ ਦੀ ਦੱਸ ਸਕੋ ਸਰ। ਬਿਲਕੁਲ। ਸੋ ਪਹਿਲੇ ਅਸੀਂ ਗੱਲ ਕਰਦੇ ਹਾਂ ਜਿਹੜਾ ਸਭ ਤੋਂ ਸੌਖਾ ਸਾਡੇ ਕੋਲ ਪ੍ਰੋਗਰਾਮ ਹੈਗਾ ਹੈ, ਉਹ ਹੈਗਾ ਹੈ UK ਦਾ, ਰਾਈਟ? ਅਗਰ ਤੁਸੀਂ UK ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਇਮੀਗ੍ਰੇਟ ਹੋਣਾ ਚਾਹੁੰਦੇ ਹੋ, ਤੁਸੀਂ ਐਜ਼ ਅ ਬਿਜ਼ਨਸਮੈਨ ਹੋ ਔਰ ਤੁਸੀਂ ਆਪਣਾ ਬਿਜ਼ਨਸ ਉੱਥੇ ਕਰਨਾ ਚਾਹੁੰਦੇ ਹੋ, ਤਾਂ ਇਹ ਸਭ ਤੋਂ ਇੱਕ ਸੌਖਾ ਵੀਜ਼ਾ ਹੈਗਾ ਅਵੇਲੇਬਲ, ਜਿਹੜਾ ਕਿ 3 ਤੋਂ 4 ਮਹੀਨੇ ਦੇ ਵਿੱਚ ਹੀ ਤੁਹਾਡੀ ਪੂਰੀ ਦੀ ਪੂਰੀ ਫੈਮਿਲੀ ਨੂੰ ਉੱਥੇ ਇਮੀਗ੍ਰੇਟ ਕਰਾ ਸਕਦਾ। ਮੈਂ ਇਹ ਦੱਸਣਾ ਚਾਹੁੰਦਾ ਕਿ UK ਜਿਹੜਾ ਇਨੀਸ਼ੀਅਲੀ ਹੈ ਨਾ ਪਰਮਾਨੈਂਟ ਰੈਜ਼ੀਡੈਂਸੀ ਨਹੀਂ ਦਿੰਦਾ। ਇਨੀਸ਼ੀਅਲੀ ਜਿਹੜਾ ਤੁਹਾਨੂੰ ਉਹ ਵੀਜ਼ਾ ਦੇਣਗੇ ਉਹ 5 ਸਾਲ ਦਾ ਵੀਜ਼ਾ ਦੇਣਗੇ ਔਰ 5 ਸਾਲ ਤੋਂ ਬਾਅਦ ਤੁਸੀਂ ਆਪਣੇ ਪਰਿਵਾਰ ਵਾਸਤੇ ਜਿਹੜੀ ਹੈ ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰ ਸਕਦੇ ਹੋ। ਲੇਕਿਨ ਜੋ 5 ਸਾਲ ਦਾ ਵੀਜ਼ਾ ਦੇਣਗੇ ਉਸ ਵੀਜ਼ੇ ਦੇ ਵਿੱਚ ਤੁਹਾਨੂੰ ਸਾਰੇ ਸੋਸ਼ਲ ਰਾਈਟਸ ਮਿਲਦੇ ਆ, ਤੁਹਾਡੇ ਬੱਚਿਆਂ ਦੇ ਐਜੂਕੇਸ਼ਨ ਦੇ, ਤੁਹਾਨੂੰ ਹੈਲਥ ਇੰਸ਼ੋਰੈਂਸ ਦੇ, ਉਹ ਸਾਰੇ ਤੁਹਾਨੂੰ ਰਾਈਟਸ ਮਿਲਦੇ ਆ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਆਸਟ੍ਰੇਲੀਆ ਦੀ। ਆਸਟ੍ਰੇਲੀਆ ਜਿਹੜਾ ਹੈ ਬਹੁਤ ਜਿਹੜਾ ਹੈ ਇੱਕ ਥੋੜ੍ਹਾ ਜਿਹਾ ਕੰਪਲੈਕਸ ਮੈਟਰ ਹੈ ਆਸਟ੍ਰੇਲੀਆ ਦਾ। ਉਹਦੇ ਵਿੱਚ ਜਿਹੜੀ ਰਿਕੁਆਇਰਮੈਂਟ ਹੈ ਉਹ ਥੋੜ੍ਹੀਆਂ ਔਖੀਆਂ ਨੇ ਕੰਪੇਅਰ ਟੂ ਕੈਨੇਡਾ ਐਂਡ UK। ਅਗਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਮਨ ਬਣਾਇਆ ਹੈ ਆਪਣਾ ਇਮੀਗ੍ਰੇਟ ਹੋਣ ਦਾ, ਤਾਂ ਆਸਟ੍ਰੇਲੀਆ ਗਵਰਨਮੈਂਟ ਇਹ ਦੇਖਦੀ ਹੈ ਵੀ ਤੁਹਾਡਾ ਬਿਜ਼ਨਸ ਕਿੰਨਾ ਸਟਰੋਂਗ ਹੈ, ਉਹਦੀ ਬਿਜ਼ਨਸ ਦੀ ਟਰਨ ਕਿੰਨੀ ਹੈ, ਉਹ ਤੁਹਾਡੀ ਆਪਣੀ ਪਰਸਨਲ ਨੈਟਵਰਥ ਕਿੰਨੀ ਹੈ। ਯੂਜੂਅਲੀ ਮੈਂ ਤੁਹਾਨੂੰ ਇੱਕ ਦੱਸਾਂਗਾ, ਐਗਜ਼ਾਮਪਲ ਦਾਂਗੀ, ਜਿਹੜੀ ਅਗਰ ਕਿਸੇ ਨੇ ਬਿਜ਼ਨਸ ਆਸਟ੍ਰੇਲੀਆ ਵਾਸਤੇ ਅਪਲਾਈ ਕਰਨਾ ਹੈ ਤਾਂ ਉਹਦੀ ਕੰਪਨੀ ਦੀ ਟਰਨਓਵਰ ਜਿਹੜੀ ਹੈ, ਸੇਲਸ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਘੱਟੋ ਘੱਟ 4.5 ਕਰੋੜ ਹੋਣੀ ਚਾਹੀਦੀ ਹੈ। ਔਰ ਜਿਹੜਾ ਕਲਾਇੰਟ ਹੈ, ਜਿਹਦਾ ਐਪਲੀਕੈਂਟ ਹੈ, ਉਹਦੀ ਆਪਣੀ ਪਰਸਨਲ ਨੈਟਵਰਥ ਜਿਹੜੀ ਹੈ ਉਹ 650-7 ਕਰੋੜ ਦੀ ਹੋਣੀ ਚਾਹੀਦੀ ਹੈ। ਅਗਰ ਕੋਈ ਕਲਾਇੰਟ ਇਹ ਪੈਰਾਮੀਟਰਸ ਮੀਟ ਕਰਦਾ ਹੈ ਤਾਂ ਉਹ ਬੜੇ ਈਜ਼ੀਲੀ ਆਸਟ੍ਰੇਲੀਆ ਵਾਸਤੇ ਵੀ ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰ ਸਕਦਾ ਹੈ। ਉਸ ਤੋਂ ਬਾਅਦ ਆਉਂਦਾ ਕੈਨੇਡਾ ਅਸੀਂ ਆਲਰੇਡੀ ਡਿਟੇਲ 'ਚ ਡਿਸਕਸ ਕੀਤਾ ਹੈ। ਕੈਨੇਡਾ ਦਾ ਸਭ ਤੋਂ ਜਿਹੜਾ ਸੌਖਾ ਪ੍ਰੋਗਰਾਮ ਹਜੇ ਜਿਹਦਾ ਪਰਮਾਨੈਂਟ ਰੈਜ਼ੀਡੈਂਸੀ ਜਿਹਨੂੰ ਡਾਇਰੈਕਟਲੀ ਸਾਨੂੰ ਮਿਲ ਸਕਦੀ ਹੈ, ਉਹ ਸੈਲਫ ਇੰਪਲੋਇਡ ਕੈਟਾਗਰੀ ਹੈ, ਜਿਹਦੇ ਵਿੱਚ ਅਸੀਂ ਆਲਰੇਡੀ ਤੁਹਾਨੂੰ ਦੱਸਿਆ ਕਿ ਕੋਈ ਸਿੰਗਰ ਹੈ, ਕੋਈ ਪਲੇਅਰ ਹੈ, ਕੋਈ ਆਰਟਿਸਟ ਹੈ, ਉਹ ਕੋਈ ਫੈਸ਼ਨ ਡਿਜ਼ਾਈਨਰ ਹੈ, ਕੋਈ ਯੋਗਾ ਇੰਸਟਰਕਟਰ ਹੈ, ਉਹ ਸਾਰੇ ਦੇ ਸਾਰੇ ਜਿਹੜੇ ਹੈ ਬੜੇ ਈਜ਼ੀਲੀ ਵਿਦਾਊਟ ਐਨੀ ਇਨਵੈਸਟਮੈਂਟ ਕੈਨੇਡਾ ਵਾਸਤੇ ਅਪਲਾਈ ਕਰ ਸਕਦੇ ਆ। ਔਰ ਲਾਸਟ ਬਟ ਨਾਟ ਦੀ ਲੀਸਟ US ਵਾਸਤੇ ਸਿੱਧਾ ਹੈ ਕਿ ਤੁਸੀਂ ਗ੍ਰੀਨ ਕਾਰਡ ਅਪਲਾਈ ਕਰਨਾ ਹੈ ਤਾਂ ਤੁਹਾਡੇ ਕੋਲ
$8 ਲੱਖ ਦਾ ਇਨਵੈਸਟਮੈਂਟ ਕਰਨ ਦਾ ਜਿਹੜਾ ਹੈ ਬਜਟ ਹੋਣਾ ਚਾਹੀਦਾ ਹੈ। $8 ਲੱਖ ਇੰਡੀਅਨ ਰੁਪੀਸ ਅਗਰ ਅਸੀਂ ਦੇਖਿਆ ਜਾਏ ਤਾਂ 6.5 ਕਰੋੜ ਰੁਪਏ ਬਣਦਾ ਹੈ। ਉਹ ਤੁਸੀਂ ਉੱਥੇ ਗਵਰਨਮੈਂਟ ਨੂੰ ਇਨਵੈਸਟ ਕਰਨਾ ਹੈ ਗਵਰਨਮੈਂਟ ਦੇ ਪ੍ਰੋਜੈਕਟਸ ਦੇ ਵਿੱਚ, ਤੇ ਗਵਰਨਮੈਂਟ ਜਿਹੜਾ ਬਦਲੇ 'ਚ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸੀ ਯਾਨੀ ਕਿ ਗ੍ਰੀਨ ਕਾਰਡ ਅਲਾਟ ਕਰ ਦਿੰਦੀ ਹੈ ਜੀ। ਇਹ ਜਿਹੜੇ ਹੈ 4 ਅਸੀਂ ਕੰਟਰੀਜ਼ ਵਾਸਤੇ ਅਪਲਾਈ ਕਰ ਸਕਦੇ ਹਾਂ। ਬਹੁਤ ਸ਼ੁਕਰੀਆ ਸਰ, ਸਮਾਂ ਦਿੱਤਾ। ਥੈਂਕ ਯੂ ਸੋ ਮਚ ਤੁਹਾਡਾ। ਥੈਂਕ ਯੂ ਸੋ ਮਚ। ਤਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬਿਜ਼ਨਸ ਦੇ ਪੁਆਇੰਟ ਆਫ ਵਿਊ ਦੇ ਨਾਲ, ਉਸ ਨਜ਼ਰੀਏ ਦੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ। ਉਮੀਦ ਹੈ ਕਿ ਤੁਹਾਡੇ ਸਵਾਲਾਂ ਦੇ ਜਵਾਬ ਜ਼ਰੂਰ ਜਿਹੜੇ ਉਹ ਮਿਸਟਰ ਅਮਿਤ ਜੀ ਨੇ ਦਿੱਤੇ ਹੋਣਗੇ, ਪਰ ਬਹੁਤ ਸਾਰੇ ਸਵਾਲ ਹਜੇ ਵੀ ਤੁਹਾਡੇ ਜ਼ਿਹਨ 'ਚ ਹੋਣਗੇ ਤੇ ਸੁਭਾਵਕ ਹੈ। ਤੇ ਸਕਰੀਨ ਦੇ ਉੱਤੇ ਨੰਬਰ ਵੀ ਚੱਲ ਰਹੇ ਨੇ, ਜੇ ਤੁਹਾਡੇ ਹੋਰ ਕੋਈ ਸਵਾਲ ਨੇ ਤਾਂ ਇਸ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਆਪਣੇ ਸਵਾਲਾਂ ਦੇ ਜਵਾਬ ਜਿਹੜੇ ਉਹ ਜ਼ਰੂਰ ਹਾਸਲ ਕਰਿਓ। ਫਿਲਹਾਲ ਮੈਨੂੰ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।